ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੀ ਜਿਹੜੀਆਂ ਹਫ਼ਤਾ ਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਤੋਂ ਬਾਹਰ ਰਹਿ ਕੇ ਪੜ੍ਹਨ ਵਾਲਿਆਂ ਨੂੰ ਮਿਲੇਗੀ ਪੀਆਰ, ਵਿਦਿਆਰਥੀਆਂ ਲਈ ਆਈ ਖੁਸ਼ਖਬਰੀ। ਇਮੀਗ੍ਰੇਸ਼ਨ ਬਾਰੇ ਹੋਇਆ ਤਾਜ਼ਾ ਐਲਾਨ, ਨਵੇਂ ਭਾਸ਼ਾ ਯੋਗਤਾ ਟੈਸਟ ਨੂੰ ਮਿਲੀ ਮਾਨਤਾ। ਕੈਨੇਡਾ ਵਿੱਚ ਵੱਧ ਰਿਹਾ ਕ੍ਰਾਈਮ, ਤਾਜ਼ਾ ਅੰਕੜੇ ਆਏ ਸਾਹਮਣੇ। PGWP ਵਾਲਿਆਂ ਲਈ ਵੱਡਾ ਐਲਾਨ, ਹੁਣ ਮਿਲੇਗਾ ਛੇਤੀ ਵਰਕ ਪਰਮਿਟ। ਏਅਰ ਕੈਨੇਡਾ ਨੂੰ ਹੋਈ ਕਿੰਨੀ ਕਮਾਈ, ਏਅਰ ਕੈਨੇਡਾ ਨੇ ਦਿੱਤੀ ਰਿਪੋਰਟ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਸ ਹਫ਼ਤੇ ਇੱਕ ਵੱਡੀ ਰਾਹਤ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਜਿਹੜੇ ਆਪਣੇ ਦੇਸ਼ ਵਿੱਚ ਬਹਿ ਕੇ ਭਾਵ ਕਿ ਆਨਲਾਈਨ ਪੜ੍ਹਾਈ ਕਰ ਰਹੇ ਨੇ ਉਹ ਵੀ ਪੀਆਰ ਵਾਸਤੇ ਐਲੀਜੀਬਲ ਹੋਣਗੇ। ਉਹਨਾਂ ਨੂੰ ਵੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੀਆਰ ਦਿੱਤੀ ਜਾਵੇਗੀ। ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਇਸ ਬਾਰੇ ਐਲਾਨ ਕੀਤਾ ਗਿਆ। ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਦੇਸ਼ ਤੋਂ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਹਨ ਉਹ ਵੀ ਕੈਨੇਡਾ ਦੀ ਪੀਆਰ ਹਾਸਲ ਕਰ ਸਕਦੇ ਹਨ। ਜੀ ਹਾਂ, ਇੱਕ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਪਤਾ ਚੱਲਿਆ ਹੈ ਕਿ ਡਿਸਟੈਂਟ ਲਰਨਿੰਗ ਸਟੂਡੈਂਟਸ ਵੀ ਹੁਣ ਕੈਨੇਡਾ ਦੀ ਪੀਆਰ ਵਾਸਤੇ ਅਪਲਾਈ ਕਰ ਸਕਦੇ ਨੇ, ਜਿਸ ਦੀ ਡੀਟੇਲ ਸਾਂਝੀ ਕੀਤੀ ਗਈ ਹੈ। ਬਹੁਤ ਸਾਰੇ ਵਿਦਿਆਰਥੀ ਕਰੋਨਾ ਪੈਂਡੈਮਿਕ ਕਾਰਨ 2 ਸਾਲਾਂ ਤੋਂ ਆਪਣੇ ਦੇਸ਼ ਤੋਂ ਹੀ ਡਿਸਟੈਂਸ ਲਰਨਿੰਗ ਕਰ ਰਹੇ ਹਨ। ਕੈਨੇਡਾ ਸਰਕਾਰ ਵੱਲੋਂ ਹੁਣ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਰਾਹਤ ਦੇਣ ਬਾਰੇ ਐਲਾਨ ਕੀਤਾ। ਇਹ ਰਾਹਤ ਉਹਨਾਂ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ ਜਿਹੜੇ ਪੈਂਡੈਮਿਕ ਦੌਰਾਨ ਆਨਲਾਈਨ ਪੜ੍ਹਾਈ ਕਰ ਰਹੇ ਸਨ। ਆਮ ਕੇਸਿਸ ਦੇ ਵਿੱਚ ਇਹ ਹੁੰਦਾ ਹੈ ਕਿ ਜਿਹੜੇ ਡਿਸਟੈਂਸ ਲਰਨਿੰਗ ਚੁਣਦੇ ਹਨ ਉਹਨਾਂ ਨੂੰ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਪੁਆਇੰਟਸ ਵਾਸਤੇ ਗਿਣਿਆ ਨਹੀਂ ਜਾਂਦਾ। ਪਰ ਜਿਨ੍ਹਾਂ ਵਿਦਿਆਰਥੀਆਂ ਨੇ ਆਪਣੇ ਦੇਸ਼ ਤੋਂ ਬੈਠ ਕੇ ਮਾਰਚ 2020 ਤੋਂ ਅਗਸਤ 2022 ਤੱਕ ਪੜ੍ਹਾਈ ਕੀਤੀ ਹੈ ਉਹ ਵੀ ਕੈਨੇਡੀਅਨ ਐਜੂਕੇਸ਼ਨਲ ਕ੍ਰੈਡਿਟਲ ਪੁਆਇੰਟਸ ਵਾਸਤੇ ਐਲੀਜੀਬਲ ਹੋਣਗੇ। ਇਹ ਜਾਣਕਾਰੀ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਅਪਡੇਟ ਵਿੱਚ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਹੁਣ ਆਪਣੇ ਦੇਸ਼ ਤੋਂ ਬਹਿ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਜਾ ਰਹੀ ਹੈ। IRCC ਵੱਲੋਂ ਆਪਣੇ ਵੈਬ ਪੇਜ ਦੇ ਉੱਪਰ ਵੀ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ। IRCC ਵੱਲੋਂ ਦੱਸਿਆ ਗਿਆ ਕਿ ਕਿਹੜੇ ਉਮੀਦਵਾਰ CR ਪੁਆਇੰਟਸ ਵਾਸਤੇ ਐਲੀਜੀਬਲ ਹੋਣਗੇ। ਕੈਂਡੀਡੇਟਸ ਜਿਨ੍ਹਾਂ ਵੱਲੋਂ ਆਪਣਾ ਕੋਰਸ ਆਨਲਾਈਨ ਕੀਤਾ ਗਿਆ, ਉਹ ਕੈਂਡੀਡੇਟਸ ਜਿਨ੍ਹਾਂ ਵੱਲੋਂ ਆਪਣਾ ਕੋਰਸ ਕੈਨੇਡਾ ਤੋਂ ਬਾਹਰ ਕੀਤਾ ਗਿਆ, ਉਹ ਕੈਂਡੀਡੇਟਸ ਜਿਨ੍ਹਾਂ ਨੇ ਆਪਣਾ ਕੋਰਸ ਪਾਰਟ ਟਾਈਮ ਸਟੱਡੀਜ਼ ਰਾਹੀਂ ਪੂਰਾ ਕੀਤਾ, ਇਹ ਸਾਰੇ CRS ਪੁਆਇੰਟ ਵਾਸਤੇ ਐਲੀਜੀਬਲ ਹੋਣਗੇ। ਇਮੀਗ੍ਰੇਸ਼ਨ ਬਾਰੇ ਇੱਕ ਹੋਰ ਤਾਜ਼ਾ ਐਲਾਨ ਹੋਇਆ, ਜਿਸ ਵਿੱਚ ਨਵੇਂ ਭਾਸ਼ਾ ਯੋਗਤਾ ਟੈਸਟ ਨੂੰ ਮਾਨਤਾ ਦਿੱਤੀ ਗਈ। ਇਸ ਭਾਸ਼ਾ ਯੋਗਤਾ ਟੈਸਟ ਦਾ ਕੀ ਨਾਮ ਹੈ, ਇਸ ਬਾਰੇ ਅਜੇ ਡਿਟੇਲ ਆਉਣੀ ਬਾਕੀ ਹੈ। ਇਸ ਬਾਰੇ ਹੁਣ ਤੱਕ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੀ ਕੁਝ ਦੱਸਿਆ ਗਿਆ, ਤੁਹਾਡੇ ਨਾਲ ਇਸ ਖਬਰ ਵਿੱਚ ਉਹ ਜਾਣਕਾਰੀ ਸਾਂਝੀ ਕਰਾਂਗੇ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਹਮਣੇ ਆਈ ਹੈ, ਜਿਸ ਮੁਤਾਬਕ IRCC ਵੱਲੋਂ ਕੈਨੇਡੀਅਨ ਇਮੀਗ੍ਰੇਸ਼ਨ ਵਾਸਤੇ ਨਵੀਂ ਲੈਂਗੁਏਜ ਟੈਸਟ ਨੂੰ ਮਾਨਤਾ ਦਿੱਤੀ ਹੈ। ਇਹ ਮਾਨਤਾ ਉਹਨਾਂ ਵੱਲੋਂ ਇਕਨੋਮਿਕ ਕਲਾਸ ਇਮੀਗ੍ਰੇਸ਼ਨ ਐਪਲੀਕੈਂਟਸ ਵਾਸਤੇ ਦਿੱਤੀ ਗਈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ 2023 ਦੇ ਮੱਧ ਵਿੱਚ ਇਸ ਟੈਸਟ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਇਸ ਟੈਸਟ ਦਾ ਨਾਮ ਬਾਅਦ ਵਿੱਚ ਦੱਸਿਆ ਜਾਵੇਗਾ, ਜਿਸ ਦੀ ਜਾਣਕਾਰੀ ਇੱਕ ਬਰੀਫਿੰਗ ਵਿੱਚ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਹੁਣ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਕਈ ਵੱਡੇ ਐਲਾਨ ਕੀਤੇ ਜਾ ਰਹੇ ਨੇ। ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਲੇ ਵੀ ਪੀਆਰ ਵਾਸਤੇ ਅਪਲਾਈ ਕਰ ਸਕਦੇ ਨੇ। ਉਹਨਾਂ ਦੀ ਐਲੀਜੀਬਿਲਟੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜੋ ਕਿ ਤੁਹਾਡੇ ਨਾਲ ਪਿਛਲੀ ਖਬਰ ਵਿੱਚ ਅਸੀਂ ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਤੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਸਮੇਂ-ਸਮੇਂ ਤੇ ਦੱਸਿਆ ਜਾ ਰਿਹਾ ਕਿ ਇਮੀਗ੍ਰੇਸ਼ਨ ਵਿੱਚ ਬਦਲਾਵ ਲਿਆਉਣ ਵਾਸਤੇ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ, ਤਾਂ ਕਿ ਜਲਦ ਤੋਂ ਜਲਦ ਇਮੀਗ੍ਰੇਸ਼ਨ ਨਾਲ ਸੰਬੰਧਿਤ ਫੈਸਲਾ ਸੁਣਾਇਆ ਜਾ ਸਕੇ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਬੈਕਲੌਗ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਕਿ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਹੋ ਚੁੱਕਿਆ ਹੈ। ਕੈਨੇਡਾ ਵਿੱਚ ਕ੍ਰਾਈਮ ਕਾਫੀ ਜ਼ਿਆਦਾ ਵਾਧਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਹਫ਼ਤੇ ਇਸ ਬਾਰੇ ਤਾਜ਼ਾ ਰਿਪੋਰਟ ਸਾਹਮਣੇ ਆਈ, ਜਿਸ ਵਿੱਚ ਦੱਸਿਆ ਗਿਆ ਕਿ ਪਹਿਲਾਂ ਦੀ ਤੁਲਨਾ ਵਿੱਚ ਕ੍ਰਾਈਮ ਵਿੱਚ ਕਿੰਨਾ ਵਾਧਾ ਦਰਜ ਕੀਤਾ ਗਿਆ। ਕੈਨੇਡਾ ਵਿੱਚ ਹੇਟ ਕ੍ਰਾਈਮ ਪਹਿਲਾਂ ਦੇ ਮੁਕਾਬਲੇ ਵੱਧ ਹੋਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਬਾਰੇ ਇੱਕ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਕਰੋਨਾ ਪੈਂਡੈਮਿਕ ਦੌਰਾਨ ਕੈਨੇਡਾ ਵਿੱਚ ਹੇਟ ਕ੍ਰਾਈਮ ਦੀਆਂ ਰਿਪੋਰਟਸ ਵੱਧ ਦਰਜ ਕੀਤੀਆਂ ਗਈਆਂ ਹਨ। ਇਸ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ਦਾ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਗਿਆ। ਜੀ ਹਾਂ, ਸਟੈਟਿਸਟਿਕਸ ਕੈਨੇਡਾ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ, ਜਿਸ ਵਿੱਚ ਪਤਾ ਚੱਲਿਆ ਹੈ ਕਿ ਪੁਲਿਸ ਨੂੰ ਪਿਛਲੇ ਸਾਲ 3360 ਹੇਟ ਕ੍ਰਾਈਮ ਦੇ ਮਾਮਲੇ ਮਿਲੇ। ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2020 ਦੀ ਤੁਲਨਾ ਵਿੱਚ ਇਸ ਅੰਦਰ 27% ਦਾ ਵਾਧਾ ਦਰਜ ਕੀਤਾ ਗਿਆ ਤੇ 2 ਸਾਲਾਂ ਵਿੱਚ ਇਸ ਅੰਦਰ 72% ਦੀ
ਉਛਾਲ ਦੇਖਣ ਦੇ ਵਿੱਚ ਮਿਲ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੀ ਇਸ ਰਿਪੋਰਟ ਮੁਤਾਬਕ ਕੋਰੋਨਾ ਪੈਂਡੇਮਿਕ ਦਾ ਅਸਰ ਜਿਵੇਂ ਕੈਨੇਡਾ ਦੀ ਆਰਥਿਕਤਾ ਦੇ ਉੱਪਰ ਹੈਲਥਕੇਅਰ ਸਿਸਟਮ ਤੇ ਪਿਆ ਹੈ, ਉਸੇ ਤਰ੍ਹਾਂ ਸੋਸਾਇਟੀ ਉੱਪਰ ਵੀ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ। ਭਾਵ ਕਿ ਇੱਥੇ ਹੇਟ ਕ੍ਰਾਈਮ ਦੇ ਕੇਸਿਸ ਵਿੱਚ ਵਾਧਾ ਦਰਜ ਕੀਤਾ ਗਿਆ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਸੈਕਸ਼ੂਅਲ ਅਸੌਲਟ ਵਿੱਚ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ। 1996 ਤੋਂ ਬਾਅਦ ਇਹ ਆંકੜਾ 2021 ਦੌਰਾਨ ਕਾਫੀ ਵੱਡਾ ਦਰਜ ਕੀਤਾ ਗਿਆ। 2021 ਦੌਰਾਨ ਸੈਕਸ਼ੂਅਲ ਅਸੌਲਟ ਦੇ 34,242 ਕੇਸਿਸ ਪੁਲਿਸ ਦੇ ਸਾਹਮਣੇ ਆਏ ਹਨ। ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹੋਮਿਸਾਈਡ ਦੇ ਮਾਮਲੇ ਕਾਫੀ ਵੱਧ ਦਰਜ ਕੀਤੇ ਗਏ ਨੇ, ਜਦਕਿ ਐਲਬਰਟਾ ਤੇ ਨੋਵਾ ਸਕੋਸ਼ੀਆ ਵਿੱਚ ਇਸ ਦੀ ਗਿਣਤੀ ਘੱਟ ਦੱਸੀ ਜਾ ਰਹੀ ਹੈ। ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਲਿਆਂ ਦੇ ਲਈ ਰਾਹਤ ਦਾ ਐਲਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਲੇ ਵੀ ਨਵੇਂ ਵਰਕ ਪਰਮਿਟ ਵਾਸਤੇ ਜਾਣੀ ਕਿ ਨਵੇਂ ਓਪਨ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਦੇ ਨੇ। ਉਹ ਇਸ ਵਾਸਤੇ ਐਲੀਜੀਬਲ ਦੱਸੇ ਗਏ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀ ਜ਼ਿਕਰ ਕੀਤਾ ਗਿਆ ਕਿ ਜਿਨ੍ਹਾਂ ਨੂੰ ਵਰਕ ਪਰਮਿਟ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਸੀ, ਉਹਨਾਂ ਨੂੰ ਜਲਦ ਵਰਕ ਪਰਮਿਟ ਮਿਲਣਗੇ। ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਦੱਸਿਆ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਲੇ ਵੀ ਹੁਣ ਓਪਨ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਦੇ ਨੇ, ਜਾਂ ਫਿਰ ਉਹ ਆਪਣੇ ਮੌਜੂਦਾ ਓਪਨ ਵਰਕ ਪਰਮਿਟ ਨੂੰ ਅੱਗੇ ਵਧਾ ਵੀ ਸਕਦੇ ਹਨ। ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਉਹਨਾਂ ਨੇ ਅਪ੍ਰੈਲ ਮਹੀਨੇ ਜਾਣਕਾਰੀ ਦਿੱਤੀ। ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਕੁਝ ਤਕਨੀਕੀ ਖਰਾਬੀ ਦੇ ਕਾਰਨ ਇਸ ਵਿੱਚ ਡੀਲੇ ਨਜ਼ਰ ਆਇਆ। ਤਾਜ਼ਾ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਤੁਹਾਡਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸਤੰਬਰ 20, 2021 ਤੋਂ 31 ਦਸੰਬਰ 2022 ਦੌਰਾਨ ਐਕਸਪਾਇਰ ਹੋਇਆ ਹੈ ਤਾਂ ਤੁਸੀਂ ਇਸ ਵਾਸਤੇ ਅਪਲਾਈ ਕਰ ਸਕਦੇ ਹੋ। ਨਵੇਂ ਐਲਾਨ ਮੁਤਾਬਕ ਜਿਹੜੇ ਐਲੀਜੀਬਲ PGWP ਹੋਲਡਰ ਹਨ, ਉਹ ਆਪਣੇ ਵਰਕ ਪਰਮਿਟ ਵਾਸਤੇ ਐਕਸਟੈਂਸ਼ਨ ਵੀ ਲੈ ਸਕਦੇ ਨੇ, ਭਾਵ ਕਿ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ, ਜੋ ਕਿ ਅਗਲੇ 18 ਮਹੀਨਿਆਂ ਵਾਸਤੇ ਹੋਵੇਗਾ। IRCC ਵੱਲੋਂ ਦੱਸਿਆ ਗਿਆ ਕਿ ਤੁਸੀਂ ਇਸ ਵਰਕ ਪਰਮਿਟ ਵਾਸਤੇ ਪੋਰਟ ਆਫ ਐਂਟਰੀ ਤੇ ਅਪਲਾਈ ਨਹੀਂ ਕਰ ਸਕਦੇ। ਇਹ ਸਾਰੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾਉਣੀਆਂ ਜ਼ਰੂਰੀ ਹੋਣਗੀਆਂ, ਜੋ ਕਿ 31 ਦਸੰਬਰ 2022 ਤੋਂ ਪਹਿਲਾਂ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਮੌਜੂਦਾ ਸਮੇਂ ਜਿਹੜੇ ਕੈਨੇਡਾ ਵਿੱਚ ਹਨ, ਉਹ ਇੰਟਰਮ ਪੀਰੀਅਡ ਤੇ ਕੰਮ ਕਰ ਸਕਦੇ ਨੇ, ਜਦੋਂ ਤੱਕ ਉਹਨਾਂ ਦੇ ਵਰਕ ਪਰਮਿਟ ਵਿੱਚ ਵਾਧਾ ਨਹੀਂ ਹੋ ਜਾਂਦਾ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਮੀਗ੍ਰੇਸ਼ਨ ਦਾ ਇਹ ਤਾਜ਼ਾ ਐਲਾਨ ਕਿਹਨਾਂ ਵਾਸਤੇ ਕੀਤਾ ਗਿਆ। ਜੇਕਰ ਤੁਹਾਡਾ PGWP 2 ਅਕਤੂਬਰ 2022 ਤੋਂ 31 ਦਸੰਬਰ 2022 ਦੌਰਾਨ ਐਕਸਪਾਇਰ ਹੋਇਆ ਹੈ, ਜਾਂ ਫਿਰ ਤੁਸੀਂ ਆਪਣੇ ਐਡਰੈਸ ਵਿੱਚ ਪਾਸਪੋਰਟ ਵੈਲਿਡਿਟੀ ਵਿੱਚ ਬਦਲਾਵ ਕਰਨਾ ਹੈ, ਤਾਂ ਵੀ ਤੁਸੀਂ ਇਸ ਵਾਸਤੇ ਅਪਲਾਈ ਕਰ ਸਕਦੇ ਹੋ। ਸੋ PGWP ਵਾਲਿਆਂ ਦੇ ਲਈ ਹੁਣ ਇਮੀਗ੍ਰੇਸ਼ਨ ਬਾਰੇ ਇੱਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਦੱਸਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ PGWP ਹੋਲਡਰ ਹਨ, ਉਹ ਵੀ ਨਵੇਂ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਦੇ ਨੇ। ਇਸ ਤੋਂ ਇਲਾਵਾ ਸਾਰੀ ਜਾਣਕਾਰੀ IRCC ਦੀ ਆਫੀਸ਼ੀਅਲ ਵੈਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ। 에ਅਰ ਕੈਨੇਡਾ ਨੂੰ ਇੱਕ ਕੁਆਰਟਰ ਵਿੱਚ ਕਿੰਨੀ ਕਮਾਈ ਹੋਈ ਹੈ, ਇਸ ਬਾਰੇ ਉਹਨਾਂ ਨੇ ਡਿਟੇਲ ਦਿੱਤੀ। ਪਹਿਲਾਂ 에ਅਰ ਕੈਨੇਡਾ ਨੂੰ ਘਾਟਾ ਸਹਿਣਾ ਪਿਆ ਸੀ, ਪਰ ਹੁਣ ਇਸ ਵਿੱਚ ਹੌਲੀ-ਹੌਲੀ ਸੁਧਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ, ਕਿਉਂਕਿ ਕਾਫੀ ਯਾਤਰੀ ਹੁਣ ਪਹਿਲਾਂ ਦੇ ਮੁਕਾਬਲੇ ਯਾਤਰਾ ਕਰਦੇ ਹੋਏ ਦਿਖਾਈ ਦੇ ਰਹੇ ਨੇ। 에ਅਰ ਕੈਨੇਡਾ ਨੂੰ ਹੁਣ ਕਿੰਨਾ ਘਾਟਾ ਪਿਆ ਹੈ, ਇਸ ਦੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ। 에ਅਰ ਕੈਨੇਡਾ ਵੱਲੋਂ ਦੂਸਰੇ ਕੁਆਰਟਰ ਦੇ ਵਿੱਚ ਪਏ ਘਾਟੇ ਦੀ ਰਿਪੋਰਟ ਜਨਤਕ ਕੀਤੀ ਹੈ। ਜੀ ਹਾਂ, 에ਅਰ ਕੈਨੇਡਾ ਵੱਲੋਂ ਜਿਹੜੀ ਰਿਪੋਰਟ ਪੇਸ਼ ਕੀਤੀ ਗਈ, ਉਸ ਵਿੱਚ ਉਹਨਾਂ ਦੱਸਿਆ ਕਿ ਦੂਸਰੇ ਕੁਆਰਟਰ ਵਿੱਚ 에ਅਰ ਕੈਨੇਡਾ ਨੂੰ $386 ਮਿਲੀਅਨ ਦਾ ਘਾਟਾ ਸਹਿਣਾ ਪਿਆ, ਜੋ ਕਿ ਪਿਛਲੇ ਸਾਲ ਆંકੜਾ $1.17 ਬਿਲੀਅਨ ਦਾ ਦੱਸਿਆ ਗਿਆ ਸੀ। ਰਿਪੋਰਟ ਦੇ ਵਿੱਚ ਜਿਹੜੇ ਆંકੜੇ ਪੇਸ਼ ਕੀਤੇ ਗਏ, ਉਹਨਾਂ ਨੂੰ ਵੇਖ ਕੇ ਪਤਾ ਚੱਲਦਾ ਹੈ ਕਿ ਪਹਿਲਾਂ ਦੇ ਮੁਕਾਬਲੇ ਰੈਵਨਿਊ ਵਿੱਚ ਵਾਧਾ ਦਰਜ ਕੀਤਾ ਗਿਆ। ਏਅਰਲਾਈਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦਾ 3 ਮਹੀਨਿਆਂ ਵਾਸਤੇ ਜਿਹੜਾ ਘਾਟਾ ਹੈ, ਉਹ 30 ਜੂਨ ਨੂੰ ਖਤਮ ਹੋਵੇਗਾ, ਜਿਸ ਬਾਰੇ ਉਹਨਾਂ ਨੇ $1.60 ਪਰ ਡਿਲਿਊਟ ਸ਼ੇਅਰ ਦੀ ਜਾਣਕਾਰੀ ਦਿੱਤੀ ਗਈ ਹੈ, ਜਦਕਿ 2021 ਦੇ ਦੂਸਰੇ ਕੁਆਰਟਰ ਵਿੱਚ ਇਹ ਆંકੜਾ $3.31 ਪਰ ਡਿਲਿਊਟ ਦੱਸਿਆ ਗਿਆ ਸੀ। ਏਅਰਲਾਈਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁੱਲ $3.98 ਬਿਲੀਅਨ ਦਾ ਮੁਨਾਫਾ ਹੋਇਆ, ਜੋ ਕਿ ਪਿਛਲੇ ਸਾਲ $837 ਮਿਲੀਅਨ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਜਿਹੜੀਆਂ ਕੋਰੋਨਾ ਵਾਇਰਸ ਨੂੰ ਧਿਆਨ ਵਿੱਚ ਰੱਖਦਿਆਂ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਸੀ, ਲਗਭਗ ਇਹਨਾਂ ਸਾਰੀਆਂ ਪਾਬੰਦੀਆਂ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ। ਕੈਨੇਡਾ ਵਿੱਚ ਯਾਤਰੀ
ਸ਼ਰਤ ਦੇ ਆਧਾਰ ਦੇ ਉੱਪਰ ਦਾਖਲ ਹੋ ਸਕਦੇ ਨੇ। ਇਹ ਸ਼ਰਤ ਹੈ ਕਿ ਉਹਨਾਂ ਦਾ ਵੈਕਸੀਨੇਟਡ ਹੋਣਾ ਜ਼ਰੂਰੀ ਹੈ। ਪਹਿਲਾਂ ਦੇ ਮੁਕਾਬਲੇ ਯਾਤਰਾ ਵਿੱਚ ਜੋ ਢਿੱਲ ਦਿੱਤੀ ਗਈ ਹੈ, ਉਸ ਤੋਂ ਬਾਅਦ ਵੱਧ ਯਾਤਰੀ ਯਾਤਰਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਇਸ ਹਫਤੇ ਘਰਾਂ ਦੀ ਸੇਲ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਇੱਕ ਵਾਰ ਫਿਰ ਤੋਂ ਘਰਾਂ ਦੀ ਸੇਲ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਸਾਲ ਦੀ ਤੁਲਨਾ ਵਿੱਚ 47% ਦੀ ਗਿਰਾਵਟ ਘਰਾਂ ਦੀ ਸੇਲ ਅੰਦਰ ਦਰਜ ਕੀਤੀ ਗਈ। ਮਾਹਰਾਂ ਵੱਲੋਂ ਕਾਰਨ ਦੱਸੇ ਗਏ ਕਿ ਆਖਿਰਕਾਰ ਹੁਣ ਲੋਕ ਕਿਉਂ ਘਰ ਨਹੀਂ ਖਰੀਦਣਾ ਚਾਹੁੰਦੇ। ਘਰਾਂ ਦੀ ਸੇਲ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਪਤਾ ਚੱਲਿਆ ਹੈ ਕਿ ਘਰਾਂ ਦੀ ਸੇਲ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਗਿਰਾਵਟ ਦਰਜ ਕੀਤੀ ਗਈ। GTA ਤੋਂ ਜਿਹੜੀ ਰਿਪੋਰਟ ਸਾਹਮਣੇ ਆਈ, ਉਸ ਵਿੱਚ ਪਤਾ ਚੱਲਿਆ ਹੈ ਕਿ ਘਰਾਂ ਦੀ ਵਿਕਰੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 47% ਦੀ ਗਿਰਾਵਟ ਦਰਜ ਕੀਤੀ ਗਈ ਹੈ। ਟੋਰਾਂਟੋ ਰੀਜਨਲ ਰੀਅਲ ਐਸਟੇਟ ਬੋਰਡ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਮੁਤਾਬਕ ਜੂਨ ਮਹੀਨੇ ਦੀ ਤੁਲਨਾ ਵਿੱਚ ਸੇਲ ਅੰਦਰ 24% ਦੀ ਗਿਰਾਵਟ ਦਰਜ ਕੀਤੀ ਗਈ। ਜੀ ਹਾਂ, ਗ੍ਰੇਟਰ ਟੋਰਾਂਟੋ ਏਰੀਆ ਦੀ ਹਾਊਸਿੰਗ ਮਾਰਕੀਟ ਵਿੱਚ ਇਸ ਸਮੇਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਤੇ ਜੁਲਾਈ ਮਹੀਨੇ ਵਿੱਚ ਵੀ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲਿਆ ਸੀ। ਟੋਰਾਂਟੋ ਰੀਜਨਲ ਰੀਅਲ ਐਸਟੇਟ ਬੋਰਡ ਦੇ ਮੁਤਾਬਕ ਜੁਲਾਈ ਵਿੱਚ ਘਰਾਂ ਦੀ ਸੇਲ ਅੰਦਰ ਪਿਛਲੇ ਸਾਲ ਦੇ ਮੁਕਾਬਲੇ 47% ਦੀ ਗਿਰਾਵਟ ਦਰਜ ਕੀਤੀ ਗਈ ਤੇ ਜੂਨ ਦੇ ਮੁਕਾਬਲੇ ਜੁਲਾਈ ਵਿੱਚ ਘਰਾਂ ਦੀ ਸੇਲ ਵਿੱਚ 24% ਦੀ ਗਿਰਾਵਟ ਹੋਈ ਹੈ। ਪਿਛਲੇ ਮਹੀਨੇ GTA ਵਿੱਚ ਕੁੱਲ 4912 ਘਰ ਵੇਚੇ ਗਏ, ਜੋ ਕਿ ਪਿਛਲੇ ਸਾਲ ਜੁਲਾਈ ਮਹੀਨੇ ਦੀ ਤੁਲਨਾ ਵਿੱਚ ਘੱਟ ਹੈ, ਕਿਉਂਕਿ ਇਸ ਮਹੀਨੇ ਘਰਾਂ ਦੀ ਸੇਲ 9339 ਦੀ ਹੋਈ ਸੀ। ਬੋਰਡ ਅਤੇ ਰੀਅਲ ਐਸਟੇਟ ਏਜੰਟ ਵੀ ਇਸ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦੇ ਰਹੇ ਨੇ, ਜਿੱਥੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਘਰਾਂ ਦੀ ਸੇਲ ਵਿੱਚ ਜਿਹੜੀ ਗਿਰਾਵਟ ਹੋ ਰਹੀ ਹੈ, ਉਸ ਦੇ ਪਿੱਛੇ ਕੀ ਕਾਰਨ ਹੈ। ਉਹਨਾਂ ਦਾ ਮੰਨਣਾ ਹੈ ਕਿ ਵੱਡਾ ਕਾਰਨ ਵਿਆਜ ਦਰਾਂ ਵਿੱਚ ਹੋਇਆ ਵਾਧਾ ਹੈ, ਜਿਸ ਕਾਰਨ ਮਹਿੰਗੀ ਹੋਈ ਮਾਰਗੇਜ ਨੂੰ ਵੀ ਉਹਨਾਂ ਵੱਲੋਂ ਇੱਕ ਕਾਰਨ ਮੰਨਿਆ ਜਾ ਰਿਹਾ ਹੈ। ਜੁਲਾਈ ਵਿੱਚ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਅੰਦਰ 1% ਦਾ ਵਾਧਾ ਕੀਤਾ ਗਿਆ, ਜੋ ਕਿ ਪਿਛਲੇ 24 ਸਾਲਾਂ ਵਿੱਚ ਇੱਕੋ ਵਾਰ ਹੋਇਆ ਸਭ ਤੋਂ ਵੱਡਾ ਵਾਧਾ ਸੀ। ਹੁਣ ਜਿਹੜਾ ਬੈਂਕ ਆਫ ਕੈਨੇਡਾ ਵੱਲੋਂ ਇੱਕ ਕਦਮ ਚੁੱਕਿਆ ਗਿਆ, ਇਸ ਨੇ ਲੋਕਾਂ ਦੇ ਘਰ ਖਰੀਦਣ ਦੇ ਫੈਸਲੇ ਉੱਪਰ ਵੀ ਅਸਰ ਪਾਇਆ। ਮਾਰਗੇਜ ਵੱਧ ਹੋਣ ਕਾਰਨ ਨਵੇਂ ਖਰੀਦਦਾਰਾਂ ਨੇ ਘਰ ਲੈਣ ਦੇ ਫੈਸਲੇ ਨੂੰ ਥੋੜਾ ਅੱਗੇ ਪਾ ਦਿੱਤਾ ਹੈ, ਜਾਂ ਫਿਰ ਕਹਿ ਦਈਏ ਕਿ ਉਹਨਾਂ ਵੱਲੋਂ ਇਸ ਫੈਸਲੇ ਨੂੰ ਹੁਣ ਲਟਕਾ ਦਿੱਤਾ ਗਿਆ ਹੈ ਤੇ ਉਹ ਇਹ ਵੇਖਣਾ ਚਾਹੁੰਦੇ ਨੇ ਕਿ ਕੀਮਤਾਂ ਹੋਰ ਹੇਠਾਂ ਕਿੰਨੀਆਂ ਆ ਸਕਦੀਆਂ ਹਨ। ਇਸ ਤੋਂ ਇਲਾਵਾ ਘਰ ਵੇਚਣ ਵਾਲੇ ਵੀ ਥੋੜੀ ਉਡੀਕ ਕਰ ਰਹੇ ਨੇ ਕਿ ਹਾਊਸਿੰਗ ਮਾਰਕੀਟ ਦੁਬਾਰਾ ਤੋਂ ਗਤੀ ਫੜੇ ਅਤੇ ਉਹ ਆਪਣੇ ਪੱਖ ਵਿੱਚ ਬਿਹਤਰ ਸੌਦਾ ਕਰ ਸਕਣ। ਹੁਣ ਇਹ ਵੀ ਵੇਖਣ ਵਿੱਚ ਆਇਆ ਕਿ ਘਰ ਵੇਚਣ ਵਾਲੇ ਕੁਝ ਲੋਕ ਤਾਂ ਆਪਣੇ ਘਰਾਂ ਦੀ ਲਿਸਟਿੰਗ ਮਾਰਕੀਟ ਤੋਂ ਵੀ ਹਟਾ ਰਹੇ ਹਨ, ਕਿਉਂਕਿ ਇਸ ਸਮੇਂ ਉਹਨਾਂ ਨੂੰ ਕਿਰਾਏ ਤੇ ਘਰ ਦੇਣਾ ਜ਼ਿਆਦਾ ਫਾਇਦੇ ਦਾ ਸੌਦਾ ਲੱਗ ਰਿਹਾ ਹੈ। ਜਨਵਰੀ ਵਿੱਚ GTA ਅੰਦਰ 380 ਲਿਸਟਿੰਗ ਖਤਮ ਹੋਈਆਂ, ਪਰ ਰੀਅਲ ਐਸਟੇਟ ਕੰਪਨੀ ਸਟ੍ਰੈਟਾ ਮੁਤਾਬਕ ਜੂਨ ਵਿੱਚ 2822 ਘਰਾਂ ਦੀ ਲਿਸਟਿੰਗਸ ਹਟਾਈਆਂ ਗਈਆਂ, ਜੋ ਕਿ ਵਾਧਾ ਦੱਸਿਆ ਜਾ ਰਿਹਾ ਹੈ। ਬੋਰਡ ਮੁਤਾਬਕ ਜੁਲਾਈ ਮਹੀਨੇ ਅੰਦਰ ਘਰਾਂ ਦੀ ਔਸਤ ਕੀਮਤ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਜੂਨ 2022 ਵਿੱਚ ਘਰਾਂ ਦੀ ਔਸਤ ਕੀਮਤ $11,45,994 ਦਰਜ ਕੀਤੀ ਗਈ, ਪਰ ਜੁਲਾਈ ਵਿੱਚ ਇਹ 6% ਘਟ ਕੇ $10,74,754 ਦਰਜ ਕੀਤੀ ਗਈ। ਜੁਲਾਈ 2021 ਦੇ $10,61,724 ਦੇ ਮੁਕਾਬਲੇ ਇਹ ਅਜੇ ਵੀ 1% ਵੱਧ ਹੈ। ਇਸ ਹਫਤੇ ਐਕਸਪ੍ਰੈਸ ਐਂਟਰੀ ਦਾ ਵੱਡਾ ਡਰਾਅ ਨਿਕਲਿਆ, ਜਿਸ ਵਿੱਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਇਸ ਤੋਂ ਇਲਾਵਾ ਜਿਹੜਾ ਪਿਛਲਾ ਡਰਾਅ ਕੱਢਿਆ ਗਿਆ ਸੀ, ਉਸ ਦੀ ਤੁਲਨਾ ਵਿੱਚ CRS ਸਕੋਰ ਵੀ 9 ਪੁਆਇੰਟਸ ਹੇਠਾਂ ਆਇਆ। ਤਾਜ਼ਾ ਡਰਾਅ ਵਿੱਚ 2000 ਦੇ ਕਰੀਬ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਨੇ। ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੀਂ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਡਰਾਅ ਵਿੱਚ ਉਹਨਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੀ ਜਿਨ੍ਹਾਂ ਕੋਲ ਘੱਟੋ-ਘੱਟ 533 CRS ਸਕੋਰ ਸਨ। ਜੀ ਹਾਂ, ਕੈਨੇਡਾ ਵੱਲੋਂ ਜਿਹੜਾ ਇੱਕ ਨਵਾਂ ਡਰਾਅ ਕੱਢਿਆ ਗਿਆ, ਉਸ ਵਿੱਚ 2000 ਉਮੀਦਵਾਰਾਂ ਨੂੰ PR ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਐਕਸਪ੍ਰੈਸ ਐਂਟਰੀ ਦੇ ਇਸ ਡਰਾਅ ਦਾ ਐਲਾਨ 3 ਅਗਸਤ ਨੂੰ ਕੀਤਾ ਗਿਆ। ਪਿਛਲੀ ਵਾਰ ਜਿਹੜਾ ਐਕਸਪ੍ਰੈਸ ਐਂਟਰੀ ਦਾ ਡਰਾਅ 20 ਜੁਲਾਈ ਨੂੰ ਕੱਢਿਆ ਗਿਆ ਸੀ, ਉਸ ਦੇ ਮੁਕਾਬਲੇ ਮੌਜੂਦਾ ਡਰਾਅ ਵਿੱਚ CRS ਸਕੋਰ ਰਿਕੁਆਇਰਮੈਂਟ 9 ਪੁਆਇੰਟ ਹੇਠਾਂ ਦਰਜ ਕੀਤੀ ਗਈ। ਇਸ ਤੋਂ ਇਲਾਵਾ ਪਿਛਲੇ ਡਰਾਅ ਦੀ ਤੁਲਨਾ ਵਿੱਚ ਵੱਧ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ ਨੇ। 250 ਵੱਧ ਉਮੀਦਵਾਰਾਂ ਦੀ ਇਸ ਤਾਜ਼ਾ ਡਰਾਅ ਵਿੱਚ ਕਿਸਮਤ ਜਾਗੀ ਹੈ, ਕਿਉਂਕਿ ਪਿਛਲੇ ਡਰਾਅ ਵਿੱਚ 1750 ਉਮੀਦਵਾਰਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਮਿਲੇ ਸਨ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ 6 ਜੁਲਾਈ ਤੋਂ ਹੀ ਸਾਰੇ ਪ੍ਰੋਗਰਾਮ ਮੁੜ ਤੋਂ ਐਲਾਨ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ। ਭਾਵ ਕਿ ਉਨ੍ਹਾਂ ਵੱਲੋਂ ਸਾਰੇ ਐਕਸਪ੍ਰੈਸ ਐਂਟਰੀ ਦੇ ਡਰਾਅ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਹੁਣ ਤੱਕ ਇਨ੍ਹਾਂ ਡਰਾਅਸ ਤਹਿਤ 5000 ਤੋਂ ਵੱਧ ਉਮੀਦਵਾਰਾਂ ਨੂੰ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ। ਪਹਿਲਾਂ ਇਮੀਗ੍ਰੇਸ਼ਨ ਵਿਭਾਗ ਵੱਲੋਂ 18 ਮਹੀਨਿਆਂ ਵਾਸਤੇ ਇਨ੍ਹਾਂ ਵੱਡੇ ਡਰਾਅਸ ਉੱਪਰ ਰੋਕ ਲਗਾਈ ਸੀ। ਇਹ ਕਦਮ ਪੈਂਡੈਮਿਕ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ। ਇੱਥੇ ਇਹ ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਯੋਜਨਾ ਬਣਾਈ ਗਈ ਹੈ ਕਿ ਉਨ੍ਹਾਂ ਵੱਲੋਂ ਸਾਲ 2022 ਦੌਰਾਨ ਐਕਸਪ੍ਰੈਸ ਐਂਟਰੀ ਡਰਾਅ ਦੇ ਤਹਿਤ 55,900 PR ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ 2024 ਵਾਸਤੇ ਇਹ ਟਾਰਗੇਟ 1,11,500 ਦਾ ਰੱਖਿਆ ਗਿਆ ਹੈ। ਧਿਆਨ ਦੇਣ ਯੋਗ ਗੱਲ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਵੀ ਪਿਛਲੇ ਦਿਨੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੋਲਡਰ ਹਨ ਉਹ ਨਵੇਂ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਦੇ ਨੇ। ਅਸਲ ਵਿੱਚ ਜੋ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਦੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਉੱਪਰ ਰੋਕ ਲਗਾਈ ਸੀ, ਉਸ ਤੋਂ ਬਾਅਦ ਬਹੁਤ ਸਾਰੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੋਲਡਰਸ ਤੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ। ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹਨਾਂ ਨੂੰ ਰਾਹਤ ਦਿੱਤੀ ਗਈ ਹੈ ਤੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਆਪਣੇ ਦੇਸ਼ ਵਿੱਚ ਬੈਠ ਕੇ ਪੜ੍ਹਾਈ ਕਰ ਰਹੇ ਹਨ, ਭਾਵ ਕਿ ਆਨਲਾਈਨ ਪੜ੍ਹਾਈ ਕਰਨ ਵਾਲੇ ਵੀ ਹੁਣ ਐਕਸਪ੍ਰੈਸ ਐਂਟਰੀ ਵਾਸਤੇ ਐਲੀਜੀਬਲ ਹਨ, ਕਿਉਂਕਿ ਉਹਨਾਂ ਨੂੰ ਵੀ ਕੈਨੇਡਾ ਦੀ PR ਮਿਲ ਸਕਦੀ ਹੈ। ਪਤਨੀ ਦੇ ਕਤਲ ਦੇ ਮਾਮਲੇ ਵਿੱਚ ਪੰਜਾਬੀ ਨੂੰ ਡੇ ਪੈਰੋਲ ਮਿਲੀ ਹੈ। ਮੁਖਤਿਆਰ ਸਿੰਘ ਵੱਲੋਂ ਆਪਣੀ ਪਤਨੀ ਦਾ ਕਤਲ ਕੀਤਾ ਗਿਆ ਤੇ ਬਾਅਦ ਵਿੱਚ ਉਸ ਨੂੰ ਜਲਾ ਦਿੱਤਾ ਗਿਆ। ਜਿਸ ਵੇਲੇ ਪਤਨੀ ਦਾ ਕਤਲ ਕੀਤਾ ਗਿਆ ਤੇ ਉਹ ਅਰਬਵਤੀ ਸੀ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮੁਖਤਿਆਰ ਸਿੰਘ ਨੂੰ ਡੇ ਪੈਰੋਲ ਦਿੱਤੀ ਗਈ ਹੈ। ਆਪਣੀ ਪਤਨੀ ਦਾ ਕਤਲ ਕਰਨ ਵਾਲੇ ਮੁਖਤਿਆਰ ਪੰਗਾਲੀ ਨੂੰ ਡੇ ਪੈਰੋਲ ਮਿਲ ਗਈ ਹੈ। ਜੀ ਹਾਂ, ਇਹ ਜਾਣਕਾਰੀ ਸਰੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਸਾਬਕਾ ਸਰੀ ਹਾਈ ਸਕੂਲ ਟੀਚਰ ਜਿਸ ਵੱਲੋਂ ਆਪਣੀ ਪਤਨੀ ਦਾ ਮਰਡਰ ਕੀਤਾ ਗਿਆ ਤੇ ਬਾਅਦ ਵਿੱਚ ਉਸ ਨੂੰ ਜਲਾ ਦਿੱਤਾ ਗਿਆ, ਇਸ ਸਾਰੇ ਮਾਮਲੇ ਨੂੰ ਅੰਜਾਮ ਦੇਣ ਵਾਲੇ ਮੁਖਤਿਆਰ ਨੂੰ ਹੁਣ ਡੇ ਪੈਰੋਲ ਮਿਲ ਗਈ ਹੈ। ਜਾਣਕਾਰੀ ਮੁਤਾਬਕ ਪੈਰੋਲ ਬੋਰਡ ਆਫ ਕੈਨੇਡਾ ਵੱਲੋਂ ਮੁਖਤਿਆਰ ਸਿੰਘ ਨੂੰ 6 ਮਹੀਨਿਆਂ ਦੀ ਡੇ ਪੈਰੋਲ ਦਿੱਤੀ ਗਈ ਹੈ। ਅਜੇ ਤੱਕ ਉਸ ਦੀ ਰਿਲੀਜ਼ ਡੈਸਟੀਨੇਸ਼ਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਦੱਸ ਦਈਏ ਕਿ ਕਲੋਵਰਡੇਲ ਨਾਲ ਸੰਬੰਧਿਤ ਮੁਖਤਿਆਰ, ਜੋ ਕਿ ਪ੍ਰਿੰਸੈਸ ਸੈਕੰਡਰੀ ਸਕੂਲ ਵਿੱਚ ਫਿਜ਼ਿਕਸ ਪੜ੍ਹਾਉਂਦਾ ਸੀ, ਉਹ ਆਪਣੀ ਪਤਨੀ ਦੇ ਕਤਲ ਦੇ ਮਾਮਲੇ ਵਿੱਚ ਗਿਲਟੀ ਪਾਇਆ ਗਿਆ, ਜਿਸ ਉੱਪਰ ਸੈਕੰਡ ਡਿਗਰੀ ਮਰਡਰ ਚਾਰਜਸ ਲੱਗੇ ਸਨ। ਉਸ ਦਾ ਟ੍ਰਾਇਲ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨਿਊ ਵੈਸਟਮਿੰਸਟਰ ਵਿੱਚ 2010 ਦੌਰਾਨ ਚੱਲਿਆ। ਜਸਟਿਸ ਹੀਦਰ ਹੋਮਸ ਵੱਲੋਂ ਉਸ ਨੂੰ ਜਨਵਰੀ 2011 ਦੌਰਾਨ ਸਜ਼ਾ ਸੁਣਾਈ ਗਈ। ਜ਼ਿਕਰਯੋਗ ਹੈ ਕਿ ਜਿਸ ਪਤਨੀ ਦਾ ਕਤਲ ਕੀਤਾ ਗਿਆ ਉਹ ਨਾਰਥ ਰਿਜ ਐਲੀਮੈਂਟਰੀ ਸਕੂਲ ਵਿੱਚ ਅਧਿਆਪਕ ਸੀ। ਮਜੀਦ 4 ਮਹੀਨਿਆਂ ਦੀ ਪ੍ਰੈਗਨੈਂਟ ਸੀ ਜਿਸ ਵੇਲੇ ਉਸ ਦਾ ਕਤਲ ਕੀਤਾ ਗਿਆ। ਇਸ ਤੋਂ ਇਲਾਵਾ ਇਸ ਜੋੜੇ ਦੀ ਇੱਕ 3 ਸਾਲ ਦੀ ਬੱਚੀ ਵੀ ਹੈ। ਕੈਨੇਡਾ ਵਿੱਚ ਨੌਕਰੀਆਂ ਬਾਰੇ ਲਗਾਤਾਰ ਖਬਰ ਸਾਹਮਣੇ ਆ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੀਆਂ ਨੌਕਰੀਆਂ ਖਾਲੀ ਪਈਆਂ ਨੇ। ਇੱਕ ਵਾਰ ਫਿਰ ਤੋਂ ਜ਼ਿਕਰ ਕੀਤਾ ਗਿਆ ਕਿ ਕੈਨੇਡਾ ਵਿੱਚ 1 ਮਿਲੀਅਨ ਤੋਂ ਵੱਧ ਨੌਕਰੀਆਂ ਖਾਲੀ ਪਈਆਂ ਨੇ। ਕਿਹੜੇ ਸੈਕਟਰ ਵਿੱਚ ਜ਼ਿਆਦਾ ਨੌਕਰੀ ਖਾਲੀ ਪਈਆਂ ਨੇ, ਇਸ ਬਾਰੇ ਵੀ ਡਿਟੇਲ ਸਾਂਝੀ ਕੀਤੀ ਗਈ ਹੈ। ਕੈਨੇਡਾ ਵਿੱਚ ਮੌਜੂਦਾ ਸਮੇਂ ਕਾਫੀ ਨੌਕਰੀਆਂ ਖਾਲੀ ਪਈਆਂ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਤਾਜ਼ਾ ਅੰਕੜਾ ਪੇਸ਼ ਕਰਦਿਆਂ ਦੱਸਿਆ ਕਿ 1 ਮਿਲੀਅਨ ਤੋਂ ਵੱਧ ਨੌਕਰੀਆਂ ਮੌਜੂਦਾ ਸਮੇਂ ਕੈਨੇਡਾ ਵਿੱਚ ਖਾਲੀ ਪਈਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਜੌਬ ਵੈਕੈਂਸੀਜ਼ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਮਈ 2022 ਦੇ ਬਾਰੇ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਉਸ ਵਿੱਚ ਸਟੈਟਿਸਟਿਕਸ ਕੈਨੇਡਾ ਵੱਲੋਂ ਮੰਥਲੀ ਪੇਰੋਲ, ਇੰਪਲੋਇਮੈਂਟ, ਅਰਨਿੰਗ ਆਰ ਅਤੇ ਜੌਬ ਵੈਕੈਂਸੀ ਬਾਰੇ ਜਾਣਕਾਰੀ ਦਿੱਤੀ। ਤਾਜ਼ਾ ਅੰਕੜੇ ਮੁਤਾਬਕ ਮਈ ਮਹੀਨੇ ਵਿੱਚ 26,000 ਨੌਕਰੀਆਂ ਪੇਰੋਲ ਵਿੱਚ ਨਹੀਂ ਹਨ। ਜ਼ਿਆਦਾਤਰ ਗਿਰਾਵਟ ਓਨਟਾਰੀਓ ਤੇ ਮੈਨੀਟੋਬਾ ਸੂਬੇ ਵਿੱਚ ਦਰਜ ਕੀਤੀ ਗਈ, ਜਿੱਥੇ ਇਹ ਅੰਕੜਾ 30,000 ਅਤੇ 2,500 ਜੌਬ ਵੈਕੈਂਸੀਜ਼ ਦਾ ਸਾਂਝਾ ਕੀਤਾ ਗਿਆ। ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਪੇਰੋਲ ਇੰਪਲਾਈਜ਼ ਦੀ ਗਿਣਤੀ ਵਿੱਚ ਪਹਿਲਾਂ ਦੇ ਮੁਕਾਬਲੇ ਵਾਧਾ ਦਰਜ ਕੀਤਾ ਜਾ ਰਿਹਾ ਹੈ। ਤਾਜ਼ਾ ਅੰਕੜੇ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਸੈਕਟਰਸ ਵਿੱਚ ਪੇਰੋਲ ਇੰਪਲਾਈਜ਼ ਘੱਟ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਐਜੂਕੇਸ਼ਨ ਸਰਵਿਸਿਜ਼, ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਸ ਵਿੱਚ 17,000 ਨੌਕਰੀਆਂ ਪੇਰੋਲ ਤੋਂ ਹਟ ਗਈਆਂ ਹਨ। ਇਸ ਤਰ੍ਹਾਂ ਦੀ ਗਿਰਾਵਟ ਕੰਸਟਰਕਸ਼ਨ ਸੈਕਟਰ ਦੇ ਵਿੱਚ ਵੀ ਨਜ਼ਰ ਆ ਰਹੀ ਹੈ। ਮਈ ਮਹੀਨੇ 17,500 ਨੌਕਰੀਆਂ ਘੱਟ ਹੋਣ ਦੇ ਬਾਰੇ ਦੱਸਿਆ ਜਾ ਰਿਹਾ ਹੈ, ਜੋ ਕਿ ਜੁਲਾਈ 2021 ਤੋਂ ਬਾਅਦ ਹੁਣ ਤੱਕ ਦਾ ਵੱਡਾ ਅੰਕੜਾ ਹੈ। ਜ਼ਿਆਦਾਤਰ ਨੌਕਰੀਆਂ ਓਨਟਾਰੀਓ ਸੂਬੇ ਵਿੱਚ ਘੱਟ ਹੋਣ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਕੈਨੇਡਾ ਵਿੱਚ ਅਨਇੰਪਲੋਇਮੈਂਟ ਰੇਟ ਜੋ ਮਈ ਮਹੀਨੇ ਦਰਜ ਕੀਤਾ ਗਿਆ ਉਸ ਦੇ ਬਾਰੇ ਵੀ ਸਟੈਟਿਸਟਿਕਸ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਅਨਇੰਪਲੋਇਮੈਂਟ ਰੇਟ 5.1% ਦਾ ਦਰਜ ਕੀਤਾ ਗਿਆ ਜੋ ਕਿ ਜੂਨ ਮਹੀਨੇ 4.9% ਦਰਜ ਕੀਤਾ ਗਿਆ ਸੀ। ਜਿਹੜਾ ਸਰਵੇ ਸਾਹਮਣੇ ਆਇਆ ਉਸ ਵਿੱਚ ਪਤਾ ਚੱਲ ਰਿਹਾ ਹੈ ਕਿ ਹੈਲਥ ਕੇਅਰ ਤੇ ਸੋਸ਼ਲ ਸਰਵਿਸਿਜ਼ ਸੈਕਟਰ ਵਿੱਚ ਜੌਬ ਵੈਕੈਂਸੀ ਪਹਿਲਾਂ ਤੋਂ ਵੱਧ ਦਰਜ ਕੀਤੀ ਗਈ ਹੈ। ਇਸ ਦਾ ਅੰਕੜਾ 1,43,000 ਦਾ ਸਾਂਝਾ ਕੀਤਾ ਗਿਆ। ਨੋਵਾ ਸਕੋਸ਼ੀਆ ਤੇ ਮੈਨੀਟੋਬਾ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਜੌਬ ਵੈਕੈਂਸੀ ਰੇਟ 10% ਤੋਂ ਵੱਧ ਮਈ ਮਹੀਨੇ ਦੌਰਾਨ ਦਰਜ ਕੀਤਾ ਗਿਆ। ਫੂਡ ਅਕਮੋਡੇਸ਼ਨ ਸੈਕਟਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇੱਥੇ ਘੱਟ ਹੋਈਆਂ ਨੌਕਰੀਆਂ ਦੀ ਗਿਣਤੀ 1,61,000 ਦੇ ਕਰੀਬ ਹੈ, ਭਾਵ ਕਿ ਇੰਨੀਆਂ ਜੌਬ ਵੈਕੈਂਸੀਜ਼ ਦੇ ਬਾਰੇ ਦੱਸਿਆ ਜਾ ਰਿਹਾ ਹੈ। ਸੁਪਰ ਵੀਜ਼ਾ ਵਾਲਿਆਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਸੁਪਰ ਵੀਜ਼ਾ ਅਜਿਹੇ ਨੇ ਜਿਨ੍ਹਾਂ ਨੂੰ ਕੈਨੇਡਾ ਵੱਲੋਂ ਰਿਫਿਊਜ਼ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਹੈ ਜੋ ਇੱਕ ਨਵੀਂ ਸ਼ਰਤ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਿਸ ਵਿੱਚ ਇੱਕੋ ਵਾਰ 'ਚ ਪੇਮੈਂਟ ਦੇਣ ਦੀ ਗੱਲ ਕਹੀ ਗਈ। ਜਦੋਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੀਆਂ ਸ਼ਰਤਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਤਾਂ ਇਸ ਸ਼ਰਤ ਦਾ ਉਹਨਾਂ ਵੱਲੋਂ ਜ਼ਿਕਰ ਨਹੀਂ ਕੀਤਾ ਗਿਆ ਜਿਸ ਕਾਰਨ ਹੁਣ ਸੁਪਰ ਵੀਜ਼ਾ ਰਿਫਿਊਜ਼ ਕੀਤੇ ਜਾ ਰਹੇ ਨੇ। ਸੁਪਰ ਵੀਜ਼ਾ ਵਾਸਤੇ ਜਿਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਉਸ ਬਾਰੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ। ਸੁਪਰ ਵੀਜ਼ਾ ਵਾਸਤੇ ਇੰਸ਼ੋਰੈਂਸ ਦੀ ਪੂਰੀ ਰਕਮ ਇੱਕੋ ਵਾਰ ਦੇਣ ਦੀ ਸ਼ਰਤ ਤੋਂ ਬਿਨੇਗਾਰ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਉਹਨਾਂ ਵੱਲੋਂ ਨਿਯਮਾਂ ਵਿੱਚ ਬਦਲਾਵ ਕਰਨ ਵਾਸਤੇ ਹੁਣ ਪਟੀਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਦਰਅਸਲ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਸੁਪਰ ਵੀਜ਼ਾ ਦੀ ਅਰਜ਼ੀ ਵਾਸਤੇ ਸਾਰੀ ਮੈਡੀਕਲ ਇੰਸ਼ੋਰੈਂਸ ਫੀਸ ਇਕੱਠੀ ਦੇਣ ਦੀ ਸ਼ਰਤ ਨੂੰ ਲਾਗੂ ਕੀਤਾ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਬਿਨੇਗਾਰ ਪਰੇਸ਼ਾਨ ਨਜ਼ਰ ਆ ਰਹੇ ਨੇ। ਇਸ ਬਾਰੇ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਸੁਪਰ ਵੀਜ਼ੇ ਦੀਆਂ ਅਰਜ਼ੀਆਂ ਨੂੰ ਇਸ ਕਾਰਨ ਰਿਫਿਊਜ਼ ਕੀਤਾ ਜਾ ਰਿਹਾ ਹੈ ਕਿ ਬਿਨੇਕਾਰਾਂ ਨੇ ਸਾਰੀ ਮੈਡੀਕਲ ਇੰਸ਼ੋਰੈਂਸ ਫੀਸ ਇਕੱਠੀ ਨਹੀਂ ਭਰੀ ਤੇ ਕਿਸ਼ਤਾਂ ਵਿੱਚ ਭਰਨ ਦੀ ਆਪਸ਼ਨ ਚੁਣੀ। ਇਸ ਸ਼ਰਤ ਵਿੱਚ ਤਬਦੀਲੀ ਵਾਸਤੇ ਇੱਕ ਪਟੀਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਟੀਸ਼ਨ ਸ਼ੁਰੂ ਓਨਟਾਰੀਓ ਤੋਂ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਵੱਲੋਂ ਕੀਤੀ ਗਈ ਜਿੱਥੇ ਉਹਨਾਂ ਦੱਸਿਆ ਕਿ ਮੰਤਰਾਲੇ ਦਾ ਇਹ ਕਦਮ ਸਰਕਾਰ ਦੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਵਿੱਚ ਇਕੱਠੇ ਕਰਨ ਦੇ ਦਾਅਵੇ ਦੀ ਫੂਕ ਕੱਢ ਰਿਹਾ ਹੈ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਵਿੱਚ ਸੁਪਰ ਵੀਜ਼ਾ ਵੱਡੀ ਪੱਧਰ ਤੇ ਰਿਫਿਊਜ਼ ਹੋ ਰਿਹਾ ਹੈ ਤੇ ਇਸ ਦਾ ਕਾਰਨ ਇੰਸ਼ੋਰੈਂਸ ਦੀ ਸਾਰੀ ਰਕਮ ਇਕੱਠੀ ਨਾ ਭਰਨਾ ਹੈ। ਬਹੁਤ ਸਾਰੀਆਂ ਅਰਜ਼ੀਆਂ ਜੋ ਕਿ ਇਸ ਨਵੀਂ ਪਾਲਿਸੀ ਦੇ ਐਲਾਨ ਤੋਂ ਪਹਿਲਾਂ ਲਗਾਈਆਂ ਗਈਆਂ ਸਨ ਉਹ ਵੀ ਰਿਫਿਊਜ਼ ਹੋ ਰਹੀਆਂ ਨੇ। 4 ਜੁਲਾਈ ਤੋਂ ਸੁਪਰ ਵੀਜ਼ਾ ਵਿੱਚ ਮਾਂ-ਬਾਪ ਦੇ ਸਟੇ ਤੋਂ ਇਲਾਵਾ ਹੋਰ ਨਵੀਆਂ ਸ਼ਰਤਾਂ ਲਾਗੂ ਹਨ ਪਰ ਇਮੀਗ੍ਰੇਸ਼ਨ ਐਕਸਪਰਟਸ ਮੁਤਾਬਕ ਮੈਡੀਕਲ ਇੰਸ਼ੋਰੈਂਸ ਦੀ ਇਹ ਸ਼ਰਤ ਨੂੰ ਮੰਤਰਾਲੇ ਵੱਲੋਂ ਪ੍ਰਚਾਰਿਆ ਨਹੀਂ ਗਿਆ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ 7 ਜੂਨ ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਜਿਸ ਵਿੱਚ ਬਾਕੀ ਤਬਦੀਲੀਆਂ ਦਾ ਤਾਂ ਜ਼ਿਕਰ ਕੀਤਾ ਗਿਆ ਪਰ ਮੈਡੀਕਲ ਇੰਸ਼ੋਰੈਂਸ ਦੀ ਸਾਰੀ ਰਕਮ ਇਕੱਠੀ ਭਰਨ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਇਮੀਗ੍ਰੇਸ਼ਨ ਐਕਸਪਰਟਸ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਪੇਰੈਂਟ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਸੰਬੰਧੀ ਕੈਨੇਡਾ ਵਿੱਚ ਮਾਂ-ਬਾਪ ਨੂੰ ਬੁਲਾਉਣ ਦੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਸ਼ਰਤਾਂ ਨੂੰ ਹੋਰ ਔਖਾ ਕੀਤਾ ਜਾ ਰਿਹਾ ਹੈ। ਇਸ ਹਫ਼ਤੇ ਪੁਲਿਸ ਵੱਲੋਂ ਨਸ਼ੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਜਿੱਥੇ ਉਹਨਾਂ ਵੱਲੋਂ $61 ਮਿਲੀਅਨ ਦਾ ਨਸ਼ਾ ਬਰਾਮਦ ਕੀਤਾ ਗਿਆ। ਇਸ ਬਾਰੇ ਪੁਲਿਸ ਵੱਲੋਂ ਡਿਟੇਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਦੋਂ ਉਹਨਾਂ ਵੱਲੋਂ ਇਸ ਦੀ ਸ਼ੁਰੂਆਤ ਭਾਵ ਕਿ ਜਾਂਚ ਦੀ ਸ਼ੁਰੂਆਤ ਕੀਤੀ ਗਈ ਤੇ ਹੁਣ ਤੱਕ ਉਹਨਾਂ ਵੱਲੋਂ ਕਿੱਥੇ ਤੱਕ ਕਾਰਵਾਈ ਕੀਤੀ ਗਈ ਹੈ। ਓਨਟਾਰੀਓ ਪੁਲਿਸ ਵੱਲੋਂ ਨਸ਼ੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਉਹਨਾਂ ਵੱਲੋਂ $61 ਮਿਲੀਅਨ ਦਾ ਨਸ਼ਾ ਬਰਾਮਦ ਕੀਤਾ ਗਿਆ। ਜੀ ਹਾਂ, ਓਨਟਾਰੀਓ ਪੁਲਿਸ ਵੱਲੋਂ ਕੈਨੇਬੀਜ਼ ਦੇ ਬਾਰੇ ਜਾਣਕਾਰੀ ਦਿੱਤੀ ਗਈ ਜੋ ਕਿ ਉਹਨਾਂ ਵੱਲੋਂ ਬਰਾਮਦ ਕੀਤੀ ਗਈ ਹੈ। ਇਸ ਸਾਰੀ ਬਰਾਮਦਗੀ ਨੂੰ ਪ੍ਰੋਵਿੰਸ਼ੀਅਲ ਜੁਆਇੰਟ ਫੋਰਸਿਸ ਕੈਨੇਬੀਜ਼ ਇਨਫੋਰਸਮੈਂਟ ਟੀਮ ਵੱਲੋਂ ਅੰਜਾਮ ਦਿੱਤਾ ਗਿਆ ਜਿੱਥੇ ਉਹਨਾਂ ਦੀ ਮਦਦ ਓਨਟਾਰੀਓ ਪੁਲਿਸ ਵੱਲੋਂ ਵੀ ਕੀਤੀ ਗਈ। ਕਾਰਵਾਈ ਕਰਦਿਆਂ $61 ਮਿਲੀਅਨ ਦੀ ਕੈਨੇਬੀਜ਼ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਦੇ ਦੱਸਣ ਮੁਤਾਬਕ 2 ਗ੍ਰੀਨ ਹਾਊਸ ਸਾਈਟਸ ਅਤੇ 2 ਘਰਾਂ ਦੇ ਉੱਪਰ ਉਹਨਾਂ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਓਨਟਾਰੀਓ ਪੁਲਿਸ ਵੱਲੋਂ 7 ਜੁਲਾਈ ਨੂੰ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਕੈਨੇਬੀਜ਼ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। 28 ਜੂਨ ਨੂੰ ਉਹਨਾਂ ਨੇ ਕਿੰਗਸਵਿਲਾ ਓਨਟਾਰੀਓ ਨੇੜੇ ਛਾਪੇਮਾਰੀ ਕੀਤੀ ਜਿੱਥੇ ਵੱਡੀ ਮਾਤਰਾ ਵਿੱਚ ਨਸ਼ੇ ਦੀ ਬਰਾਮਦਗੀ ਹੋਈ। ਇੱਥੇ ਉਹਨਾਂ ਦੇ ਹੱਥ ਕੈਨੇਬੀਜ਼ ਪਲਾਂਟ ਲੱਗੇ ਅਤੇ ਬੈਗਾਂ ਦੇ ਵਿੱਚ ਵੀ ਕੈਨੇਬੀਜ਼ ਭਰੀ ਹੋਈ ਸੀ ਜਿਸ ਨੂੰ ਸੁਕਾ ਕੇ ਭਰਿਆ ਗਿਆ। ਪੁਲਿਸ ਵੱਲੋਂ ਦੱਸਿਆ ਗਿਆ ਕਿ ਜਾਂਚ ਪੜਤਾਲ ਦੌਰਾਨ ਉਨ੍ਹਾਂ ਵੱਲੋਂ 45,000 ਤੋਂ ਵੱਧ ਇਲੀਗਲ ਮੈਰੀਜੁਆਨਾ ਪਲਾਂਟ ਬਰਾਮਦ ਕੀਤੇ ਗਏ। ਓਨਟਾਰੀਓ ਪੁਲਿਸ ਵੱਲੋਂ ਫੇਸਬੁੱਕ ਅਤੇ ਟਵਿੱਟਰ ਉੱਪਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਜਿਸ ਵਿੱਚ ਵੇਖਿਆ ਜਾ ਸਕਦਾ ਸੀ ਕਿ ਕਿਵੇਂ ਵੱਡੀ ਮਾਤਰਾ ਵਿੱਚ ਉਨ੍ਹਾਂ ਵੱਲੋਂ ਨਸ਼ਾ ਬਰਾਮਦ ਕੀਤਾ ਗਿਆ।
ਫਿਲਹਾਲ ਪੁਲਿਸ ਵੱਲੋਂ ਕਿਸੇ ਖਿਲਾਫ ਅਜੇ ਤੱਕ ਚਾਰजेस ਨਹੀਂ ਲਗਾਏ ਗਏ। ਓਨਟਾਰੀਓ ਪੁਲਿਸ ਵੱਲੋਂ ਅਜੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਪਰ ਉਹਨਾਂ ਨੇ ਫੇਸਬੁੱਕ ਦੇ ਉੱਪਰ ਹੁਣ ਤੱਕ ਦੀ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਹੈ। ਪੰਜਾਬੀ ਮੂਲ ਦੇ ਹਾਕੀ ਖਿਡਾਰੀ ਦੀ ਮੌਤ ਦਾ ਮਾਮਲਾ ਪਿਛਲੇ ਦਿਨੀ ਸਾਹਮਣੇ ਆਇਆ, ਜਿਸ ਦੀ ਮੌਤ ਅਮਰੀਕਾ ਦੇ ਵਿੱਚ ਹੋਈ ਸੀ। ਇਸ ਦੀ ਮੌਤ ਕਿਵੇਂ ਹੋਈ ਇਹ ਕਾਰਨ ਅਜੇ ਪਤਾ ਨਹੀਂ ਲੱਗ ਸਕੇ, ਪਰ ਖਬਰ ਸਾਹਮਣੇ ਆ ਰਹੀ ਹੈ ਕਿ ਐਤਵਾਰ ਵਾਲੇ ਦਿਨ ਸਰੀ ਵਿੱਚ ਇਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੈਨੇਡਾ ਵਿੱਚ ਪੰਜਾਬੀ ਮੂਲ ਦੇ ਹਾਕੀ ਖਿਡਾਰੀ ਦੀ ਮੌਤ ਤੋਂ ਬਾਅਦ ਹੁਣ ਸਰੀ ਵਿੱਚ ਐਤਵਾਰ ਵਾਲੇ ਦਿਨ ਹਾਕੀ ਖਿਡਾਰੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਪੰਜਾਬੀ ਮੂਲ ਦੇ ਹਾਕੀ ਖਿਡਾਰੀ, ਜਿਸ ਦਾ ਨਾਮ ਪਰਮਜੋਤ ਧਾਲੀਵਾਲ ਹੈ, ਉਸ ਦੀ ਮੌਤ 30 ਜੁਲਾਈ ਨੂੰ ਹੋਈ ਸੀ। ਹੁਣ ਤਾਜ਼ਾ ਜਾਣਕਾਰੀ ਮੁਤਾਬਕ ਇਸ ਹਾਕੀ ਖਿਡਾਰੀ ਪਰਮਜੋਤ ਧਾਲੀਵਾਲ ਦਾ ਅੰਤਿਮ ਸੰਸਕਾਰ ਡੈਲਟਾ ਦੇ ਰਿਵਰਸਾਈਡ ਫਿਊਨਰਲ ਹੋਮ ਵਿੱਚ 7 ਅਗਸਤ ਨੂੰ ਭਾਵ ਐਤਵਾਰ ਨੂੰ 10 ਵਜੇ ਕੀਤਾ ਜਾਵੇਗਾ। ਪਰਮ ਦੀ ਅੰਤਿਮ ਅਰਦਾਸ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿੱਚ ਹੋਵੇਗੀ। ਦੱਸ ਦਈਏ ਕਿ ਧਾਲੀਵਾਲ 30 ਜੁਲਾਈ ਨੂੰ ਨਿਊਯਾਰਕ ਦੇ ਇੱਕ ਹੋਟਲ ਵਿੱਚ ਮ੍ਰਿਤਕ ਪਾਇਆ ਗਿਆ ਸੀ। ਇਸ ਦੀ ਜਾਣਕਾਰੀ ਉਸ ਦੀ ਟੀਮ ਵੈਸਟ ਕਲੋਨਾ ਵਾਰੀਅਰ ਵੱਲੋਂ ਟਵਿੱਟਰ ਉੱਪਰ ਸਾਂਝੀ ਕੀਤੀ ਗਈ। ਧਾਲੀਵਾਲ ਦੇ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਸਰੀ ਨਿਵਾਸੀ ਪਰਮ ਲੰਬੇ ਸਮੇਂ ਤੋਂ ਹਾਕੀ ਨਾਲ ਜੁੜਿਆ ਹੋਇਆ ਸੀ। ਵੈਸਟ ਕਿਲੋਨਾ ਵਾਰੀਅਰ ਨਾਲ ਜੁੜਨ ਤੋਂ ਪਹਿਲਾਂ ਧਾਲੀਵਾਲ ਸਰੀ, ਬਰਨਵੀ ਅਤੇ ਚਿਲਵੈਕ ਦੇ ਕਲੱਬਾਂ ਨਾਲ ਖੇਡ ਚੁੱਕਿਆ ਹੈ। ਦੱਸ ਦਈਏ ਕਿ ਪਰਮ ਦੇ ਸਾਥੀ ਖਿਡਾਰੀਆਂ ਵੱਲੋਂ ਉਸ ਨੂੰ ਇੱਕ ਬਿਹਤਰੀਨ ਖਿਡਾਰੀ ਦੇ ਤੌਰ ਤੇ ਯਾਦ ਕੀਤਾ ਜਾ ਰਿਹਾ ਹੈ। ਸਾਥੀ ਖਿਡਾਰੀਆਂ ਨੇ ਧਾਲੀਵਾਲ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਧਾਲੀਵਾਲ ਦੀ ਯਾਦ ਵਿੱਚ ਸਰੀ ਦੇ ਪ੍ਰਿੰਸ ਚਾਰਲਸ ਐਲੀਮੈਂਟਰੀ ਸਕੂਲ ਵਿੱਚ ਇੱਕ ਵਿਜਲ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ, ਜੋ ਕਿ ਇੱਥੇ ਐਤਵਾਰ ਵਾਲੇ ਦਿਨ ਹੀ ਹੋਣ ਜਾ ਰਿਹਾ ਹੈ। ਇੱਕ ਕੈਂਡਲ ਵਿਲੇਜ ਪ੍ਰਿੰਸ ਚਾਰਲਸ ਐਲੀਮੈਂਟਰੀ ਸਕੂਲ ਵਿੱਚ 7 ਅਗਸਤ ਨੂੰ ਸ਼ਾਮ 7 ਵਜੇ ਕਰਵਾਇਆ ਜਾ ਰਿਹਾ ਹੈ, ਜਿੱਥੇ तमाम ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਪਰਮ ਨੂੰ ਯਾਦ ਕੀਤਾ ਜਾਵੇਗਾ ਤੇ ਉਸ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਤੋਂ ਬਾਹਰ ਰਹਿ ਕੇ ਪੜਨ ਵਾਲਿਆਂ ਨੂੰ ਮਿਲੇਗੀ ਪੀਆਰ, ਵਿਦਿਆਰਥੀਆਂ ਲਈ ਆਈ ਖੁਸ਼ਖਬਰੀ। ਇਮੀਗ੍ਰੇਸ਼ਨ ਬਾਰੇ ਹੋਇਆ ਤਾਜ਼ਾ ਐਲਾਨ, ਨਵੇਂ ਭਾਸ਼ਾ ਯੋਗਤਾ ਟੈਸਟ ਨੂੰ ਮਿਲੀ ਮਾਨਤਾ। ਕੈਨੇਡਾ ਵਿੱਚ ਵੱਧ ਰਿਹਾ ਕ੍ਰਾਈਮ, ਤਾਜ਼ਾ ਅੰਕੜੇ ਆਏ ਸਾਹਮਣੇ। PGWP ਵਾਲਿਆਂ ਲਈ ਵੱਡਾ ਐਲਾਨ, ਹੁਣ ਮਿਲੇਗਾ ਛੇਤੀ ਵਰਕ ਪਰਮਿਟ। 에ਅਰ ਕੈਨੇਡਾ ਨੂੰ ਹੋਈ ਕਿੰਨੀ ਕਮਾਈ, 에ਅਰ ਕੈਨੇਡਾ ਨੇ ਦਿੱਤੀ ਰਿਪੋਰਟ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।